अस्सलाम वालेकुम सारे ज़िमीदार भाइयों ਨੂੰ सलाम है। ਤੇ एक इशू बड़ा सामने आ रहा ਉਹਦੇ हवाले ਨਾਲ ਤੁਹਾਨੂੰ ਕੁਝ ਗੋਸ਼ ਗੁਜ਼ਾਰ ਕਰਨਾ ਹੈ ਜੀ। ਸਾਡਾ ਜ਼ਿਮੀਦਾਰ ਭਰਾ ਜਿਹੜਾ ਹੈ ਦੁਬਾਰਾ ਫਿਰ ਲੈਣਾ ਦੇ ਵਿੱਚ ਲੱਗ ਕੇ ਤੇ ਭਗਦੜ ਮਚਾ ਰਿਹਾ ਹੈ। ਯੂਰੀਆ ਦੀ ਸ਼ਾਰਟੇਜ ਹੋਈ ਹੈ। ਜਦੋਂ ਵੀ ਕਿਸੇ ਚੀਜ਼ ਦੀ ਸ਼ਾਰਟੇਜ ਹੁੰਦੀ ਹੈ ਸਾਡੀ ਜਟਕੇ ਭਰਾ ਜਿਹੜੇ ਨੇ ਉਹ ਇੱਕ ਭਗਦੜ ਜੀ ਮਚਾ ਦਿੰਦੇ ਨੇ। ਉਸ ਭਗਦੜ ਦਾ ਫਾਇਦਾ ਕਿਹਨੂੰ ਹੁੰਦਾ? ਉਹਦਾ ਫਾਇਦਾ ਸਟਾਕੀਏ ਨੂੰ ਹੁੰਦਾ। ਉਹ ਤੁਸੀਂ ਸਟਾਕੀਏ ਨੂੰ ਸਟਾਕੀਆ ਬਣਾ ਰਹੇ ਹੁੰਦੇ ਜੇ ਤੇ ਜਿਹੜੀ ਜ਼ਖੀਰਾ ਅੰਦੋਜ਼ੀ ਦੀ ਲਾਨਤ ਹੈ ਇਹਦੇ ਵਿੱਚੋਂ ਅਸੀਂ ਨਿਕਲ ਕਿਵੇਂ ਸਕਨੇ ਆ? ਬਹਿਸੀਅਤ ਕੌਮ ਤੇ ਬਹਿਸੀਅਤ ਜ਼ਿਮੀਦਾਰ। ਬਹਿਸੀਅਤ ਜ਼ਿਮੀਦਾਰ ਤੁਹਾਨੂੰ ਗੱਲ ਕਰੀਏ ਕਿ ਜਿਸ ਵਕਤ ਕੋਈ ਚੀਜ਼ ਵੱਧਦੀ ਹੈ ਤੇ ਉਹ ਖਬਰ ਜਿਹੜੀ ਹੁੰਦੀ ਹੈ ਵਾਇਰਲ ਹੋ ਜਾਂਦੀ ਹੈ, ਫੈਲ ਜਾਂਦੀ ਹੈ ਕਿ ਯੂਰੀਆ ਵੱਧਦਾ ਪਿਆ ਹੈ। ਤੇ ਸਾਡਾ ਜ਼ਿਮੀਦਾਰ ਜਿਹੜਾ ਸਾਦਾ ਹੈ ਉਹ ਜਦੋਂ ਵੇਖਦਾ ਹੈ ਕਿ ਉਹਦਾ ਗੁਆਂਢੀ ਜਿਹੜਾ 2-4 ਬੋਰੀਆਂ ਲਿਆ ਰਿਹਾ ਹੈ ਤੇ ਉਹਦੇ ਜਿਹਨੇ 'ਚ ਖਿਆਲ ਹੁੰਦਾ ਹੈ ਕਿ ਉਹ ਸ਼ਾਇਦ ਪਿੱਛੇ ਰਹਿ ਰਿਹਾ ਤੇ ਉਹਨੂੰ ਹੁੰਦਾ ਹੈ ਕਿ ਮੈਂ ਪਿੱਛੇ ਰਹਿ ਰਿਹਾ। ਉਹ ਫਿਰ ਕੀ ਕਰਦਾ ਹੈ ਕਿ ਇਹ ਨਹੀਂ ਸੋਚਦਾ ਵੀ ਮੈਨੂੰ ਯੂਰੀਆ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਉਹ ਫੌਰਨ ਭੱਜ ਪੈਂਦਾ ਯੂਰੀਆ ਲਵਾ ਔਰ ਉਹ ਕੋਸ਼ਿਸ਼ ਕਰਦਾ ਅਗਲੀ ਫਸਲ ਦੀ ਵੀ ਯੂਰੀਆ ਦੀ ਪਰਚੇਜ਼ ਕਰ ਲਵੇ। ਹੁਣ ਉਹਦੇ ਨਾਲ ਨੁਕਸਾਨ ਕੀ ਹੁੰਦਾ ਹੈ? ਉਹਦੇ ਨਾਲ ਨੁਕਸਾਨ ਇਹ ਹੁੰਦਾ ਹੈ ਕਿ ਉਹ ਮਹਿੰਗੀ ਪਰਚੇਜ਼ ਕਰ ਲੇਗਾ, ਜ਼ਿਆਦਾ ਕਰ ਲੇਗਾ ਔਰ ਉਹ ਜਦੋਂ ਜ਼ਿਆਦਾ ਪਰਚੇਜ਼ ਸਾਰੇ ਵੇਲੇ ਕਰਨਗੇ ਤੇ ਉਸ ਵਕਤ ਜਿਹੜਾ ਹੈ ਸਟਾਕੀਆ ਮਜ਼ੀਦ ਰੇਟ ਚੁੱਕਦਾ ਜਾਏਗਾ। ਇਸੇ ਤਰ੍ਹਾਂ ਰਮਜ਼ਾਨ ਸ਼ਰੀਫ ਵਿੱਚ ਹੋਣਾ ਹੈ। ਇਸ ਵਕਤ ਸਟਾਕੀਆ ਜ਼ਖੀਰਾ ਅੰਦੋਜ਼ੀ ਕਰ ਰਿਹਾ ਹੈ। ਜਿਸ ਵਕਤ ਰਮਜ਼ਾਨ ਸ਼ਰੀਫ ਸ਼ੁਰੂ ਹੋਵੇਗਾ ਤੇ ਸਾਰੇ ਜਿਹੜੇ ਸਾਡੇ ਦੋਸਤ ਹਨ ਉਹ ਭੱਜ ਪਈ ਸਨ, ਭਗਦੜ ਮਚਾ ਦੇ ਸਨ। ਉਹ ਖਰੀਦ ਜਿਹੜੀ ਹੈ ਜ਼ਿਆਦਾ ਹੋ ਜਾਂਦੀ, ਖਰੀਦ ਜ਼ਿਆਦਾ ਹੋਣ ਨਾਲ ਚੀਜ਼ਾਂ ਦੇ ਰੇਟ ਅਪ ਚਲੇ ਜਾਂਦੇ ਨੇ। ਇਹੀ ਕੰਮ ਅਗਰ ਤਮਲ ਮਿਜ਼ਾਜੀ ਨਾਲ ਹੋਵੇ, ਆਰਾਮ ਨਾਲ ਹੋਵੇ ਤੇ ਫਿਰ ਇਹ ਰੇਟਾਂ ਦੇ ਜਿਹੜੇ ਇੰਨੇ ਜ਼ਿਆਦਾ ਉਤਾਰ ਨੇ ਉਹ ਤੇਜ਼ੀ ਨਹੀਂ ਆਉਂਦੀ। दूसरी एक और चीज़ गोश गुजार करा साढ़े झटके भरावां नूं कि जनाब इस वक्त साड़ी कणक नूं तीजा पानी लगता पिया है। तीजे पानी ते यूरिया तो हथ हौला रखो। उनकी वजह है कि अगे बारिशों का तूफानी सिलसिला है, उनकी पेशगोई है। ये कणक लम्मी हो जासी, वो कणक डेग बानी असी ज़्यादा यूरिया ला के। अच्छा, यूरिया लावन की सब तो वड्डी वजह की होंदी? ਜਦੋਂ ਫਸਲ ਥੋੜਾ ਜਿਹਾ ਰੰਗ ਛੱਡਦੀ ਪਈ ਅਸੀਂ ਫੌਰਨ ਬੋਰੀ ਜਿਹੜੀ ਹੈ ਕੰਡ ਤੇ ਆਉਣੀ ਹੈ ਤੇ ਫੌਰਨ ਜਿਹੜੀ ਹੈ ਟੱਕ ਦੇ ਉੱਤੇ ਸੱਟੀ ਤੇ ਮਗਰੂ ਪਾਣੀ ਲਾ ਛੱਡਿਆ ਤਾਂ ਕਿ ਰੰਗ ਜਿਹੜਾ ਨਾ ਨਾਲ ਦੇ ਤੇ ਫਸਲ ਦੀ ਉਹ ਰੰਗ ਥੋੜੀ ਜੀ ਸਾਵੀ ਹੈ ਤੇ ਮੇਰੀ ਥੋੜੀ ਜੀ ਕੱਕੀ ਪਾਉਂਦੀ। ਇਹ ਸੋਚ ਹੈ। ਅੱਛਾ, ਇਹ ਤੁਸੀਂ ਇੱਕ ਹੋਰ ਕੰਮ ਨਾਲ ਵੀ ਰੰਗ ਬਦਲ ਸਕਦੇ ਜੀ, ਸਸਤੇ ਕੰਮ ਨਾਲ। ਅਗਰ ਰੰਗ ਹੀ ਤੁਸੀਂ ਖੂਬਸੂਰਤ ਰੱਖਣਾ ਹੈ ਤੇ ਉਹਦਾ ਇਹ ਸਭ ਤੋਂ ਵੱਡਾ ਤਰੀਕਾ ਵੀ 2 ਕਿਲੋ ਯੂਰੀਆ ਦਾ ਸਪਰੇਅ ਕਰ ਦਿਓ, ਰੰਗ ਵੀ ਬਣ ਜਾਸੀ ਤੇ ਫਸਲ ਡਿੱਗਣ ਦਾ ਵੀ ਕੋਈ ਖਤਰਾ ਨਹੀਂ। ਦੂਸਰੀ ਚੀਜ਼ ਇਹ ਹੈ ਕਿ ਪੈਦਾਵਾਰ ਦੇ ਹਵਾਲੇ ਨਾਲ ਬਾਰ-ਬਾਰ ਦੋਸਤਾਂ ਨੂੰ ਇਹ ਸਮਝਾਈਦਾ ਹੈ ਪਹਿਲੇ ਵੀ ਕਿ ਪੈਦਾਵਾਰ ਇਹ ਇਕੱਲੀ ਯੂਰੀਆ ਖਾਦ ਜਾਂ ਬੋਰੀ ਦਾ ਨਾਂ ਨਹੀਂ, ਇਸ ਬੋਰੀ ਦਾ ਨਾਂ ਪੈਦਾਵਾਰ ਨਹੀਂ। 3 ਖਾਦਾਂ ਮਿਲ ਕੇ 3 ਨਿਊਟ੍ਰੀਐਂਟਸ ਗ਼ਜ਼ਾਈ ਅਜਜ਼ਾ ਪਿਲਰ ਹਨ ਪੈਦਾਵਾਰ ਦੇ, ਫਾਸਫੋਰਸ, ਪੋਟਾਸ਼ ਤੇ ਨਾਈਟ੍ਰੋਜਨ। ਨਾਈਟ੍ਰੋਜਨ ਯੂਰੀਆ ਨੂੰ ਆਂਦੇ ਨੇ, ਜਟਕੀ ਜ਼ਬਾਨ ਵਿੱਚ ਫਾਸਫੋਰਸ DAP ਨੂੰ ਆਂਦੇ ਨੇ, ਪੋਟਾਸ਼ ਨੂੰ ਆਂਦੇ ਨੇ। ਇਹ 3 ਪਿਲਰ ਰਲ ਕੇ ਇਸ ਇਮਾਰਤ ਨੂੰ ਚਾਹੁੰਦੇ ਨੇ ਜਿੰਦਾ ਨਾਂ ਪੈਦਾਵਾਰ ਹੈ। ਇਹਨਾਂ 3 ਪਿਲਰਾਂ ਨੂੰ ਜਿਹੜਾ ਬਰਾਬਰ ਲੈ ਕੇ ਟੁਰਸੀ ਪੈਦਾਵਾਰ ਉਹ ਲਈ ਸੀ। ਤੁਸੀਂ ਯੂਰੀਆ ਵਾਲਾ ਪਿਲਰ ਲੰਮਾ ਕਰ ਦਿੰਦੇ ਜੇ ਦੂਏ ਪਿਲਰ ਮੁੱਢੋਂ ਜਿਹੜਾ ਹੁੰਦੀਆਂ ਨੀਆਂ ਵੀ ਕੋਈ ਨਹੀਂ ਰੱਖੀਆਂ ਹੁੰਦੀਆਂ ਤੇ ਇਸ ਹਵਾਲੇ ਨਾਲ ਪੈਦਾਵਾਰ ਨਹੀਂ ਹੁੰਦੀ, ਉਲਟਾ ਫਸਲ ਕੱਚੀ ਹੋ ਜਾਂਦੀ। ਫਸਲ ਇਸ ਵਕਤ ਗੋਭ ਤੇ ਯੂਰੀਆ ਪੂਰੀ ਬੋਰੀ ਜਿਹੜਾ ਬੰਦਾ ਲਾਵੇਗਾ, ਫਸਲ ਕੱਚੀ ਹੋਏਗੀ ਤੁਹਾਡੀ ਗੰਦਮ। ਉਹ ਕੱਚੀ ਹੋਣ ਨਾਲ ਉਹਦੇ ਤੇਲੇ ਦਾ ਵੀ ਟੈਕ ਜ਼ਿਆਦਾ ਹੋਣਾ, ਉਹਦੇ ਡਿੱਗਣ ਦਾ ਚਾਂਸ ਵੀ ਵੱਧ ਜਾਣਾ। ਪੈਦਾਵਾਰ ਕੋਈ ਨਹੀਂ ਆਉਣੀ ਜ਼ਿਆਦਾ। ਪੈਦਾਵਾਰ ਜ਼ਿਆਦਾ ਲੈਣੀ ਨੇ ਤੇ ਇਸ ਵਕਤ ਪੋਟਾਸ਼ ਲਾਓ। ਪੋਟਾਸ਼ ਦਾ ਟਾਈਮ ਹੈ। ਪੋਟਾਸ਼ ਦੇ ਵਿੱਚ SOP 25 ਕਿਲੋ ਦੇ ਵਿੱਚ ਮੁਖਤਲਿਫ ਕੰਪਨੀਆਂ ਦੇ ਰਹੀਆਂ ਨੇ ਜਿਹੜੀਆਂ ਬਾਹਰੋਂ ਚਾਈਨਾ ਵੱਲੋਂ ਮੁਖਤਲਿਫ ਮੁਲਕਾਂ ਵੱਲੋਂ ਆਉਂਦੀਆਂ। ਉਹਦੇ 'ਚ ਕੋਸ਼ਿਸ਼ ਕਰੋ ਕਿਸੇ ਅੱਛੇ ਮੁਲਕ ਦੀ ਇੰਪੋਰਟ ਹੋਵੇ, ਕਿਸੇ ਅੱਛੀ ਕੰਪਨੀ ਦੀ ਪੋਟਾਸ਼ ਹੋਵੇ ਤੇ ਉਹ ਤੁਸੀਂ 10 ਕਿਲੋ ਫੀ ਏਕੜ ਫਲੱਡ ਕਰੋ ਤੀਜੇ ਪਾਣੀ ਨਾਲ। ਅਗਰ ਤੀਜਾ ਪਾਣੀ ਲਾ ਬੈਠੇ ਜੇ ਪੋਟਾਸ਼ ਨਹੀਂ ਲਾਈ ਤੇ ਫਿਰ ਪੋਟਾਸ਼ ਦਾ ਸਪਰੇਅ ਲਾਜ਼ਮੀ ਕਰੋ। ਕਿਸੇ ਅੱਛੇ ਕੰਪਨੀ ਦਾ, ਕਿਸੇ ਅੱਛੇ ਇੰਪੋਰਟਰ ਦਾ ਸਪਰੇਅ ਲਾਓ। 1 ਲੀਟਰ ਸਪਰੇਅ ਜਿਹੜਾ ਹੁੰਦਾ ਹੈ ਉਹ 1 ਕਿੱਲੇ ਨੂੰ ਕਰੋ। ਉਹਦੇ ਵਿੱਚ ਹੀ ਅਗਰ ਚਾਹੋ ਤੇ ਤੇਲੇ ਵਾਲਾ ਸਪਰੇਅ ਮਿਕਸ ਕਰ ਲਓ, ਤੇਲੇ ਤੋਂ ਵੀ ਹਿਫਾਜ਼ਤ ਹੋ ਜਾਸੀ, ਦੁਬਾਰਾ ਸਪਰੇਅ ਵੀ ਨਹੀਂ ਕਰਨਾ ਪੈਂਦਾ ਤੇ ਪੋਟਾਸ਼ ਵੀ ਜਿਹੜੀ ਹੈ ਉਹ ਲੱਗ ਜਾਸੀ। ਇਸ ਵਕਤ ਗੰਦਮ ਨੂੰ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਬਜਾਏ ਇਹਦੇ
कि असी जिहड़ी है यूरिया बोरी बोरी रोड़ी जावीए, सिर्फ ये चीज़ वेख के कि एक भगदड़ मची हुई है, उस भगदड़ दे विच असी भी जिहड़ा है शामिल हो जाते हैं। बहुत बहुत शुक्रिया। अस्सलाम वालेकुम।